सत श्री अकाल जी। वैलकम टू इन्फो पंजाब चैनल। इन्फो पंजाब चैनल ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨਿਸ਼ਟਾ ਆਂਸਰ ਕੀ ਕੋਰਸ 9। ਸੋ ਨਿਸ਼ਟਾ ਆਂਸਰ ਕੀ ਕੋਰਸ 9 ਨੂੰ ਸ਼ੁਰੂ ਕਰਨ ਵੇਲੇ ਤੁਹਾਨੂੰ ਇਸ ਗੱਲ ਦਾ ਧਿਆਨ ਦੇਣਾ ਹੈ ਕਿ ਤੁਸੀਂ ਇਸ ਵੀਡੀਓ ਨੂੰ ਇੱਕ ਅਲੱਗ ਫੋਨ ਤੇ ਚਲਾਇਓ ਔਰ ਜੋ ਕੋਰਸ ਹੈ ਦੂਸਰੇ ਫੋਨ ਤੇ ਚਲਾਇਓ ਤਾਂ ਕਿ ਨਾਲ ਤੁਸੀਂ ਜਲਦੀ ਤੋਂ ਜਲਦੀ ਕੋਰਸ ਦੇ ਸਹੀ ਆਂਸਰ ਦੇ ਸਕੋ। ਸੋ ਇਸ ਤੋਂ ਪਹਿਲਾਂ ਆਪਾਂ ਕੋਰਸ ਸ਼ੁਰੂ ਕਰੀਏ। ਆਪ ਜੀ ਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਜਿਸ ਦਾ ਨਾਮ ਹੈ ਇਨਫੋ ਪੰਜਾਬ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਏ। ਚਲੋ ਜੀ ਆਪਾਂ ਕੋਰਸ ਸ਼ੁਰੂ ਕਰਦੇ ਹਾਂ। ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਅੰਕਾਂ ਦੀ ਸਮਝ ਦੇ ਅਧੀਨ ਵਿਕਸਿਤ ਕਰਨ ਲਈ ਮੁੱਖ ਹੁਨਰ ਨਹੀਂ ਹੈ। ਉੱਤਰ ਹੈ ਜੀ 3 ਨੰਬਰ 'ਤੇ ਅੰਕਾਂ ਦੇ ਨਾਵਾਂ ਨੂੰ ਬੋਲਣਾ। ਅਗਲਾ ਪ੍ਰਸ਼ਨ ਹੈ ਜੀ ਦਿੱਤੀਆਂ ਵਿੱਚੋਂ ਕਿਹੜੀ ਗਣਿਤਿਕ ਪ੍ਰਕਿਰਿਆ ਨਹੀਂ ਹੈ। ਉੱਤਰ ਹੈ ਜੀ 3 ਨੰਬਰ 'ਤੇ ਰੱਟਾ ਲਾ ਕੇ ਯਾਦ ਕਰਨਾ। ਅਗਲਾ ਪ੍ਰਸ਼ਨ ਹੈ ਜੀ ਡੈਸ਼ ਨੂੰ ਸਿਖਾਉਣ ਲਈ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਤਰੀਕਾ ਨਹੀਂ ਹੋਣਾ ਚਾਹੀਦਾ। ਉੱਤਰ ਹੈ ਜੀ 1 ਨੰਬਰ 'ਤੇ ਅਧਿਆਪਕ ਦੁਆਰਾ ਮਿਣਤੀ ਦੀਆਂ ਮਿਆਰੀ ਇਕਾਈਆਂ ਅਤੇ ਉਹਨਾਂ ਨੂੰ ਬਦਲਣ ਦੇ ਤਰੀਕਿਆਂ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ ਜੀ। ਅਗਲਾ ਪ੍ਰਸ਼ਨ ਹੈ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਅੰਕਾਂ ਦੀ ਕਿਸਮ ਅਤੇ ਉਪਯੋਗਿਤਾ ਨਹੀਂ ਹੈ। ਸੋ ਉੱਤਰ ਹੈ ਜੀ 3 ਨੰਬਰ 'ਤੇ ਸਜਾਵਟੀ ਅੰਕ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਸ਼ੁਰੂਆਤੀ ਸਾਲਾਂ ਵਿੱਚੋਂ ਬੱਚੇ ਨੂੰ ਸੰਖਿਆ ਗਿਆਨ ਵਿੱਚ ਮਾਹਰ ਬਣਾਉਣ ਲਈ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਉਦੇਸ਼ ਨਹੀਂ ਹੈ। ਸੋ ਉੱਤਰ ਹੈ ਜੀ 4 ਨੰਬਰ 'ਤੇ ਇਹ ਉਹਨਾਂ ਨੂੰ ਫਟਾਫਟ ਨਾਲ ਹਿਸਾਬ ਕਿਤਾਬ ਕਰਨ ਵਿੱਚ ਮਦਦ ਕਰਦਾ ਹੈ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਅੰਕਾਂ ਨੂੰ ਸਿੱਖਣ ਤੋਂ ਪਹਿਲਾਂ ਵਸਤੂਆਂ ਨੂੰ ਲੜੀਬੱਧ ਕਰਨ ਦੇ ਕਾਬਿਲ ਹੋਣਾ ਚਾਹੀਦਾ ਹੈ ਕਿਉਂਕਿ ਲੜੀਵਾਰਤਾ ਡੈਸ਼ ਹੈ। ਸੋ ਉੱਤਰ ਹੈ ਜੀ 1 ਨੰਬਰ 'ਤੇ ਆਰਡੀਨੇਸ਼ਨ ਜਾਂ ਕ੍ਰਮ ਵਿੱਚ ਅੰਕਾਂ ਨੂੰ ਲਗਾਉਣ ਨਾਲ ਸੰਬੰਧਿਤ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਡੈਸ਼ ਕੋਲ 12 ਗੁਲਾਬ ਹਨ, ਸਿਫਾ ਕੋਲ 15 ਗੁਲਾਬ ਹਨ, ਕਿਸ ਕੋਲ ਜ਼ਿਆਦਾ ਹੈ ਅਤੇ ਕਿੰਨੇ। ਉੱਪਰ ਦਿੱਤੇ ਗਏ ਸਵਾਲ ਵਿੱਚ ਘਟਾਓ ਦੀ ਕਿਹੜੀ ਧਾਰਨਾ ਦੀ ਵਰਤੋਂ ਕੀਤੀ ਗਈ ਹੈ। ਸੋ ਉੱਤਰ ਹੈ ਜੀ 1 ਨੰਬਰ 'ਤੇ ਤੁਲਨਾ ਕਰਨਾ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਇਹਨਾਂ ਵਿੱਚੋਂ ਕਿਹੜਾ ਬੁਨਿਆਦੀ ਸਿੱਖਿਆ ਗਿਆਨ ਦਾ ਹਿੱਸਾ ਨਹੀਂ ਹੈ। ਸੋ ਉੱਤਰ ਹੈ ਜੀ 4 ਨੰਬਰ 'ਤੇ ਅੰਕਾਂ ਦੇ ਨਾਵਾਂ ਨੂੰ ਯਾਦ ਕਰਨਾ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਡੈਸ਼ ਦੇ ਤੌਰ 'ਤੇ ਕਿਸ ਸਮੂਹ ਜਿਸ ਵਿੱਚ 4 ਜਾਂ 5 ਚੀਜ਼ਾਂ ਹੁੰਦੀਆਂ ਹਨ ਉਸ ਨੂੰ ਬਿਨਾਂ ਗਿਣੇ ਉਸ ਦੀ ਸੰਖਿਆ ਨੂੰ ਤੁਰੰਤ ਸਮਝਣ ਲਈ ਕਿਹਾ ਜਾਂਦਾ ਹੈ। ਸੋ ਇਹ ਹੈ ਜੀ ਸਵਾਟਾਈਜੇਸ਼ਨ। 4 ਨੰਬਰ 'ਤੇ ਉੱਤਰ ਹੈ। ਦਿੱਤੀਆਂ ਵਿੱਚੋਂ ਕਿਹੜਾ ਜੋੜ ਅਤੇ ਘਟਾਓ ਨਾਲ ਸੰਬੰਧਿਤ ਸਵਾਲਾਂ ਵਿੱਚ ਸ਼ਾਮਲ ਨਹੀਂ ਹੈ। ਉੱਤਰ ਹੈ ਜੀ 4 ਨੰਬਰ 'ਤੇ ਵਸਤੂਆਂ ਨੂੰ ਸ਼੍ਰੇਣੀਬੱਧ ਕਰਨਾ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਦਿੱਤੀਆਂ ਵਿੱਚੋਂ ਕਿਹੜਾ ਗਣਿਤ ਨੂੰ ਸਿੱਖਣ ਦੇ ਮੁਲਾਂਕਣ ਦਾ ਪੈਮਾਨਾ ਨਹੀਂ ਹੈ। ਸੋ ਉੱਤਰ ਹੈ ਜੀ 4 ਨੰਬਰ 'ਤੇ ਵਿਧੀਗਤ ਗਿਆਨ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਸਟਾਈਜ਼ਿੰਗ ਕੀ ਹੈ। ਸੋ ਉੱਤਰ ਹੈ ਜੀ 4 ਨੰਬਰ 'ਤੇ ਵਸਤੂਆਂ ਨੂੰ ਕੇਵਲ ਦੇਖ ਕੇ ਗਿਣਤੀ ਕੀਤੇ ਬਿਨਾਂ ਉਹਨਾਂ ਦੀ ਪਛਾਣ ਕਰਨ ਦੀ ਸਮਰੱਥਾ ਸਟਾਈਜ਼ਿੰਗ ਹੁੰਦੀ ਹੈ ਜੀ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਅੰਕਾਂ ਦੀ ਵਰਤੋਂ ਕਿਸ ਵਸਤੂ ਦੀ ਸਥਿਤੀ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਕਿਸੇ ਖਾਸ ਕ੍ਰਮ ਵਿੱਚ ਰੱਖਿਆ ਜਾਂਦਾ ਹੈ। ਸੋ ਉੱਤਰ ਹੈ ਜੀ 2 ਨੰਬਰ 'ਤੇ ਕ੍ਰਮ ਸੂਚਕ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਦਿੱਤੀਆਂ ਵਿੱਚੋਂ ਕਿਹੜਾ ਮੁਲਾਂਕਣ ਦਾ ਸਹੀ ਤਰੀਕਾ ਨਹੀਂ ਹੈ। ਸੋ ਉੱਤਰ ਹੈ ਜੀ 1 ਨੰਬਰ 'ਤੇ ਬੱਚਿਆਂ ਦੇ ਸਿੱਖਣ ਦੇ ਪੱਧਰਾਂ ਦੇ ਮੁਤਾਬਿਕ ਲਿਖਤੀ ਪ੍ਰੀਖਿਆ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਗਿਣਤੀ ਦੀ ਪ੍ਰਕਿਰਿਆ ਦੌਰਾਨ ਬੱਚਾ। ਸੋ ਬੱਚਾ ਕੀ ਹੈ ਜੀ ਗਿਣਤੀ ਦੀ ਪ੍ਰਕਿਰਿਆ ਦੌਰਾਨ। 2 ਨੰਬਰ 'ਤੇ ਉੱਤਰ ਹੈ ਅੰਕਾਂ ਦੇ ਨਾਵਾਂ ਨੂੰ ਨਹੀਂ ਲਿਖਦਾ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਇਹਨਾਂ ਚੀਜ਼ਾਂ ਨੂੰ ਇਕੱਠੇ ਕਰਨਾ ਜਿਨ੍ਹਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ ਡੈਸ਼ ਦੀ ਕੁਸ਼ਲਤਾ ਨੂੰ ਵਧਾਉਂਦੀ ਹੈ। ਸੋ ਉੱਤਰ ਹੈ ਜੀ 2 ਨੰਬਰ 'ਤੇ ਸ਼੍ਰੇਣੀਬੱਧਤਾ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ ਜੀ ਦਿੱਤੀਆਂ ਵਿੱਚੋਂ ਕਿਹੜੇ ਇੱਕ ਦੂਜੇ ਦੇ ਪੂਰਕ ਨਹੀਂ ਹਨ। ਸੋ ਉੱਤਰ ਹੈ ਜੀ 4 ਨੰਬਰ 'ਤੇ ਘਟਾਓ ਅਤੇ ਜੋੜ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਇਹਨਾਂ ਵਿੱਚੋਂ ਕਿਹੜਾ ਪ੍ਰਾਥਮਿਕ ਨੰਬਰ ਹੁਨਰ ਨਹੀਂ ਹੈ। ਸੋ ਉੱਤਰ ਹੈ ਜੀ 1 ਨੰਬਰ 'ਤੇ ਸੰਖਿਆਵਾਂ ਬਾਰੇ ਜਾਣਨਾ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਹੇਠਾਂ ਵਿੱਚੋਂ ਨਾਲ ਇੱਕ ਜੋੜਨ ਦੀ ਸਮਝ ਵਿਕਸਿਤ ਕਰਨ ਲਈ ਬੱਚੇ ਨੂੰ ਡੈਸ਼ ਦਾ ਮਤਲਬ ਸਮਝਣ ਦੀ ਲੋੜ ਹੈ। ਸੋ ਉੱਤਰ ਹੈ 4 ਨੰਬਰ 'ਤੇ ਸੰਖਿਆ। ਅਗਲਾ ਪ੍ਰਸ਼ਨ ਹੈ ਜੀ ਬੱਚੇ ਨੂੰ ਸਿਖਾਉਣ ਲਈ ਸਹੀ ਕ੍ਰਮ ਕੀ ਹੈ। ਗਿਣਤੀ ਦੇ ਮੌਕੇ, ਅੰਕ ਲਿਖਣਾ, ਅੰਕ ਪੜ੍ਹਨਾ ਜਾਂ ਅੰਕਾਂ ਦਾ ਵਿਕਾਸ ਕਰਨਾ। ਸੋ ਉੱਤਰ ਹੈ ਜੀ 4 ਨੰਬਰ ਦੇ ਉੱਤੇ 1 4 3 2। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਕਿੰਨੀ ਵਾਰ 4 ਨੂੰ ਜੋੜੀਏ ਕਿ ਉੱਤਰ 16 ਆ ਜਾਵੇ। ਸੋ ਉੱਤਰ ਹੈ ਜੀ 1 ਨੰਬਰ 'ਤੇ 4 ਵਾਰ। ਭਾਰਤ FL ਨੂੰ ਯਕੀਨੀ ਬਣਾਉਣ ਲਈ ਬੱਚਿਆਂ ਦਾ ਮੁਲਾਂਕਣ ਡੈਸ਼ ਕੀਤਾ ਜਾਣਾ ਚਾਹੀਦਾ ਹੈ। ਹਾਂਜੀ ਉੱਤਰ 4 ਨੰਬਰ 'ਤੇ ਨਿਰਣਾਤਮਕ ਅਨੁਕੂਲ ਤਰੀਕਿਆਂ ਰਾਹੀਂ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਡੈਸ਼ ਅੰਕਾਂ ਦੀ ਵਰਤੋਂ ਵਸਤੂਆਂ ਦੇ ਸਮੂਹ ਦੇ ਆਕਾਰ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ। ਸੋ ਉੱਤਰ ਹੈ ਜੀ 3 ਨੰਬਰ 'ਤੇ ਬੁਨਿਆਦੀ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਬੱਚਿਆਂ ਵਿੱਚ ਆਲੇ ਦੁਆਲੇ ਵਿਕਸਿਤ ਕਰਨ ਲਈ ਹੇਠਾਂ ਦਿੱਤੀਆਂ ਗਤੀਵਿਧੀਆਂ ਵਿੱਚੋਂ ਕਿਹੜੀ ਸਭ ਤੋਂ ਵਧੀਆ ਹੈ। ਸੋ ਉੱਤਰ ਹੈ ਜੀ 1 ਨੰਬਰ 'ਤੇ ਕਿਸੇ ਬੋਤਲ ਦੇ ਸਾਹਮਣੇ ਵਾਲਾ ਪਾਸਾ ਬਣਾਉਣਾ। ਸੋ ਅਗਲੇ ਪ੍ਰਸ਼ਨ ਚੱਲਦੇ ਹਾਂ ਜੀ ਬੱਚਿਆਂ ਨੂੰ ਸਿੱਖਣ ਸਮਝਣ ਵਿੱਚ ਉਚਿਤ ਕ੍ਰਮ ਕੀ ਹੋਣਾ ਚਾਹੀਦਾ ਹੈ। ਜੋੜ ਦੇ ਸੰਬੰਧ ਵਿੱਚ ਗੁਣਾ ਦੇ ਵਿਤਰਕ ਕਾਨੂੰਨ ਨੂੰ ਲਾਗੂ ਕਰਨਾ। ਸੋ ਉੱਤਰ ਹੈ ਜੀ 4 ਨੰਬਰ 'ਤੇ 2 4 1 3।
ਸੰਖਿਆਵਾਂ ਕੀ ਹਨ? ਸੋ ਸੰਖਿਆਵਾਂ ਕੀ ਹਨ? ਇਹ 2 ਨੰਬਰ 'ਤੇ ਆਨਸਰ ਹੈ ਜੀ ਅੰਕਾਂ ਲਈ ਚਿੰਨ੍ਹ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ। ਦਿੱਤੀਆਂ ਵਿੱਚੋਂ ਕਿਹੜੀ ਬੁਨਿਆਦੀ ਪੱਧਰ 'ਤੇ ਆਕ੍ਰਿਤੀਆਂ ਨੂੰ ਸਿਖਾਉਣ ਲਈ ਸਭ ਤੋਂ ਢੁਕਵੀਂ ਰਣਨੀਤੀ ਹੈ? 2 ਨੰਬਰ ਉੱਤਰ ਜੀ ਅਧਿਆਪਕਾਂ ਨੂੰ ਸਰਲ ਆਕ੍ਰਿਤੀਆਂ ਦੀ ਸਪਸ਼ਟ ਪਰਿਭਾਸ਼ਾ ਦੇ ਕੇ ਸ਼ੁਰੂ ਕਰਨਾ ਚਾਹੀਦਾ ਹੈ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ। ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਬੁਨਿਆਦੀ ਸੰਖਿਆ ਗਿਆਨ ਦੇ ਹੁਨਰ ਨੂੰ ਪੜ੍ਹਾਉਣ ਦੇ ਤਰੀਕੇ ਦੀ ਪ੍ਰਕਿਰਿਆ ਨਹੀਂ ਹੈ? ਸੋ ਉੱਤਰ ਹੈ ਜੀ 4 ਨੰਬਰ 'ਤੇ ਅਭਿਆਸ ਲਈ ਬਹੁਤ ਸਾਰੇ ਪ੍ਰਸ਼ਨ ਦੇਣਾ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ ਜੀ। ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਬੁਨਿਆਦੀ ਸੰਖਿਆ ਗਿਆਨ ਦੇ ਹੁਨਰ ਨੂੰ ਪੜ੍ਹਾਉਣ ਦੇ ਤਰੀਕੇ ਦੀ ਪ੍ਰਕਿਰਿਆ ਨਹੀਂ ਹੈ? ਸੋ ਉੱਤਰ ਹੈ ਜੀ 4 ਨੰਬਰ 'ਤੇ ਅਭਿਆਸ ਲਈ ਬਹੁਤ ਸਾਰੇ ਪ੍ਰਸ਼ਨ ਦੇਣਾ। ਸੋ ਇਹ ਥੋੜ੍ਹਾ ਧੁੰਦਲਾ ਹੈ ਜੀ। ਦਿੱਤੀਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ? ਸਾਰੇ ਆਇਤਾਕਾਰ ਵਰਗ ਹਨ। ਇਹ 2 ਨੰਬਰ ਉੱਤਰ ਸਹੀ ਹੈ ਜੀ। ਅਗਲੇ ਪ੍ਰਸ਼ਨ ਚੱਲਦੇ ਹਾਂ ਜੀ। ਦਿੱਤੀਆਂ ਵਿੱਚੋਂ ਕਿਸ ਵਿੱਚ ਕਿਸੇ ਨਿਯਮ ਦੇ ਮੁਤਾਬਿਕ ਵਸਤੂਆਂ ਦੇ ਸਮੂਹ ਨੂੰ ਕ੍ਰਮ ਵਿੱਚ ਕਰਨਾ ਸ਼ਾਮਿਲ ਨਹੀਂ ਹੈ? ਸੋ ਉੱਤਰ ਹੈ ਜੀ 4 ਨੰਬਰ 'ਤੇ ਸ਼੍ਰੇਣੀਬੱਧਤਾ। ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅਗਲਾ ਪ੍ਰਸ਼ਨ ਆ ਚੁੱਕਿਆ ਹੈ। ਪੜਾਵਾਂ ਵਿੱਚ ਗਿਣਤੀ ਸਿੱਖਣ ਵੇਲੇ ਬੱਚੇ ਤੋਂ ਡੈਜ਼ ਉਮੀਦ ਨਹੀਂ ਕੀਤੀ ਜਾਂਦੀ? ਸੋ ਉੱਤਰ ਹੈ ਜੀ 3 ਨੰਬਰ 'ਤੇ ਗਣਿਤ ਤਕਨੀਕਾਂ ਲਈ ਧਾਰਨਾਵਾਂ ਸਿੱਖਣ ਦੀ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ। ਧਾਰਨਾਵਾਂ ਨੂੰ ਹੇਠਾਂ ਦਿੱਤੀਆਂ ਵਿੱਚੋਂ ਕਿਹੜੇ ਕਾਰਜਾਂ ਰਾਹੀਂ ਸਭ ਤੋਂ ਵਧੀਆ ਢੰਗ ਨਾਲ ਦੱਸਿਆ ਜਾ ਸਕਦਾ ਹੈ? ਸੋ ਉੱਤਰ ਹੈ ਜੀ 1 ਨੰਬਰ 'ਤੇ ਘਟਾਓ। ਅਗਲੇ ਪ੍ਰਸ਼ਨ ਚੱਲਦੇ ਹਾਂ ਜੀ। ਦਿੱਤੀਆਂ ਵਿੱਚੋਂ ਕਿਸ ਵਿੱਚ ਇੱਕ ਨਾਲ ਇੱਕ ਜੋੜਨਾ ਸ਼ਾਮਿਲ ਨਹੀਂ ਹੈ? ਸੋ ਉੱਤਰ ਹੈ ਜੀ ਲਾਸਟ ਵਾਲਾ 4 ਨੰਬਰ ਇਕੱਠੇ ਕਰਨਾ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਪਰ। ਬੱਚਿਆਂ ਨੂੰ ਸ਼੍ਰੇਣੀਬੱਧਤਾ ਕਰਨ ਲਈ ਜ਼ਰੂਰੀ ਲੋੜ ਹੈ? ਉੱਤਰ ਹੈ ਜੀ 2 ਨੰਬਰ ਵਸਤੂਆਂ ਦੀ ਉਹਨਾਂ ਦੀ ਵਿਸ਼ੇਸ਼ਤਾਵਾਂ ਦੁਆਰਾ ਪਹਿਚਾਣ ਕਰਨਾ। ਅਗਲਾ ਪ੍ਰਸ਼ਨ ਹੈ ਜੀ। ਸਕੂਲ ਅਧਿਆਪਕਾਂ ਨੂੰ ਹੇਠਾਂ ਦਿੱਤੀਆਂ ਵਿੱਚੋਂ ਕਿਸ ਤੋਂ ਬਚਣਾ ਚਾਹੀਦਾ ਹੈ? ਸੋ ਉੱਤਰ ਹੈ 2 ਨੰਬਰ ਬੱਚਿਆਂ ਨੂੰ ਅੰਕ ਦੀ ਸਮਝ ਤੋਂ ਪਹਿਲਾਂ ਅੰਕਾਂ ਨੂੰ ਲਿਖਣ ਲਈ ਕਹਿਣਾ। ਅਗਲਾ ਪ੍ਰਸ਼ਨ ਹੈ ਜੀ ਥੋੜ੍ਹਾ ਧੁੰਦਲਾ ਹੈ। ਵਸਤੂਆਂ ਨੂੰ ਮਿਲਾਉਣ ਜਾਂ ਇਕੱਠੇ ਕਰਨ ਦੀਆਂ ਗਤੀਵਿਧੀਆਂ ਕਿਹੜੇ ਪ੍ਰਾਥਮਿਕ ਅੰਕ ਹੁਨਰ ਵਿਕਸਿਤ ਕਰਨ ਲਈ ਸਹਾਇਤਾ ਕਰਨਗੀਆਂ? ਸੋ ਉੱਤਰ ਹੈ ਜੀ 3 ਨੰਬਰ 'ਤੇ ਇੱਕ ਨਾਲ ਇੱਕ ਜੋੜਨਾ। ਅਗਲਾ ਪ੍ਰਸ਼ਨ ਹੈ ਜੀ। ਦਿੱਤੀਆਂ ਵਿੱਚੋਂ ਕਿਹੜਾ ਅੰਕੜਾ ਵਿਗਿਆਨ ਦਾ ਹਿੱਸਾ ਨਹੀਂ ਹੈ? ਸੋ ਉੱਤਰ ਹੈ ਜੀ 3 ਨੰਬਰ 'ਤੇ ਅੰਕੜਿਆਂ ਨੂੰ ਤਿਆਰ ਕਰਨਾ। ਅਗਲਾ ਪ੍ਰਸ਼ਨ ਹੈ ਜੀ। ਸਪਾਥਿਕ ਚਿੰਨ੍ਹਾਂ, ਨਿਸ਼ਾਨੀਆਂ, ਚਿੱਤਰਾਂ, ਗ੍ਰਾਫਾਂ ਰਾਹੀਂ ਵਿਅਕਤੀਆਂ ਵਿਚਾਲੇ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਹੈ? ਸੋ ਉੱਤਰ ਹੈ ਜੀ 1 ਨੰਬਰ 'ਤੇ ਗਣਿਤਿਕ ਸੰਚਾਰ। ਸੋ ਇਸ ਤਰ੍ਹਾਂ ਹੀ ਤੁਹਾਡੇ ਪੂਰੇ ਪ੍ਰਸ਼ਨ ਹੋ ਚੁੱਕੇ ਹਨ ਔਰ ਆਪ ਜੀ ਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਥੈਂਕ ਯੂ।